कुछ गाने ਇਹੋ ਜਿਹੇ ਨੇ ਜਿਹੜੇ ਪ੍ਰੋਪਰ ਤਰੀਕੇ ਦੇ ਨਾਲ ਫੇਮਸ ਨਹੀਂ ਹੋ ਸਕੇ ਜਾਂ ਤਾਂ ਉਹਨਾਂ ਨੂੰ ਕੋਈ ਪ੍ਰਮੋਟ ਨਹੀਂ ਕਰ ਸਕਿਆ, ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਕਈ ਸਿੰਗਰ ਇਹੋ ਜਿਹੇ ਨੇ ਜਿਨ੍ਹਾਂ ਦੇ ਵਿਚਾਰਿਆਂ ਨੇ ਗਾਣਾ ਰਿਕਾਰਡ ਕਰਵਾ ਦਿੱਤਾ, ਲੇਕਿਨ ਉਹਨੂੰ ਪ੍ਰਮੋਟ ਕਰਨ ਵਾਸਤੇ ਜੇਬ 'ਚ ਦਮ ਚਾਹੀਦਾ। ਜਿਸ ਤਰ੍ਹਾਂ ਦੀ ਸਟਾਰਟਿੰਗ ਹੋਈ ਸੀ, ਮਤਲਬ ਕਿ ਉਸ ਤਰ੍ਹਾਂ ਦਾ ਅੱਗੇ ਸਾਨੂੰ ਕੋਈ ਜਿਵੇਂ ਕਹਿ ਦਿਓ ਕੋਈ ਚਾਂਸ ਨਹੀਂ ਮਿਲੀ, ਲਿਫਟ ਨਹੀਂ ਮਿਲੀ ਹੈਗੀ ਅੱਗੇ ਤੋਂ ਅੱਗੇ ਸਾਨੂੰ ਪ੍ਰਮੋਟ ਕਰਨ ਵਾਸਤੇ ਕਿਸੇ ਨੇ। ਇਹੀ ਹੁੰਦਾ ਹੈ ਵੀ ਜਿਹੜੇ ਵੱਡੇ ਸਿੰਗਰ ਨੇ ਉਹ ਛੇਤੀ ਜਿਹੜੇ ਨਵੇਂ ਰਾਈਟਰਸ ਨੇ ਉਹਨਾਂ ਨੂੰ ਛੇਤੀ ਨੇੜੇ ਲਾਉਣ ਤੋਂ, ਜਿਵੇਂ ਉਹਨਾਂ ਨੂੰ ਕੋਈ ਐਲਰਜੀ ਜੀ ਹੁੰਦੀ ਹੋਵੇ ਨਾ, ਕੁਛ ਥੋੜ੍ਹਾ ਇੱਦਾਂ ਦਾ ਵੀ ਹੈ, ਉਹ ਛੇਤੀ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਲਿਖਣ ਤੋਂ ਪਹਿਲਾਂ ਕੀ ਸੋਚਿਆ ਜਾਂਦਾ ਹੈ? ਕੀ ਪਲੈਨਡ ਕਰਕੇ ਗੀਤ ਲਿਖਦੇ ਹੋ ਜਾਂ ਬੈਠੇ ਬੈਠੇ ਸ਼ਾਇਰਾਨਾ ਆਮਦ ਹੁੰਦੀ ਹੈ ਕਿ ਇਸ ਤਰ੍ਹਾਂ ਦੀ ਆਮਦ ਹੋਗੀ, ਗੀਤ ਲਿਖਿਆ ਗਿਆ? ਗੀਤਾਂ ਦੇ ਵਿੱਚ ਪੰਜਾਬ ਨੂੰ, ਪੰਜਾਬੀਅਤ ਨੂੰ ਜਾਂ ਖਾਸ ਕਰਕੇ ਜੱਟ ਨੂੰ, ਕਿਸਾਨ ਨੂੰ ਪੇਸ਼ ਕੀਤਾ ਜਾਂਦਾ ਹੈ। ਰਿਐਲਿਟੀ ਦੇ ਵਿੱਚ ਉਸ ਤਰ੍ਹਾਂ ਦੀ ਸਥਿਤੀ ਲੱਗਦੀ ਹੈ ਤੁਹਾਨੂੰ ਕਿ ਜਿਹੜਾ ਪੰਜਾਬ ਦਾ ਕਿਸਾਨ ਹੈ ਜਾਂ ਪੰਜਾਬ ਦਾ ਜੱਟ ਹੈ ਉਹ ਉਸ ਸਥਿਤੀ 'ਚ ਇਸ ਵੇਲੇ ਹੈ? ਜੀ ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਗਗਨ ਸ਼ੁਕਲਾ। ਜੀ ਹਾਂ, ਹਿੰਦ ਚਲਾਕੀ ਦੇ ਰੂਬਰੂ ਕਰਾਉਣ ਜਾ ਰਹੇ ਹਾਂ ਤੁਹਾਨੂੰ। ਪੁਰਾਣੇ ਗੀਤਕਾਰ ਨੇ ਤੇ ਗੀਤਕਾਰੀ ਦੇ ਖੇਤਰ ਵਿੱਚ ਕਾਫੀ ਲੰਬਾ ਪੁਰਾਣਾ ਤਜਰਬਾ ਹੈ। ਸੋ ਸਭ ਤੋਂ ਪਹਿਲਾਂ ਡੇਲੀ ਪੋਸਟ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਜੀ, ਸ਼ੁਕਲਾ ਜੀ। ਸਰ, ਕਦੋਂ ਤੋਂ ਗੀਤ ਜਿਹੜੇ ਗਾਣੇ ਲਿਖਣ ਦਾ ਜਿਹੜਾ ਸ਼ੌਕ ਹੈ ਤੁਹਾਨੂੰ ਪਿਆ? ਕਿੰਨੀ ਦੇਰ ਤੋਂ ਜਿਹੜੇ ਗਾਣੇ ਲਿਖ ਰਹੇ ਹੋ? ਮੈਨੂੰ 89 ਤੋਂ ਮੈਂ ਲਿਖ ਰਿਹਾ ਜੀ ਗਾਣੇ। 89 ਤੋਂ ਮੈਂ ਗਾਣੇ ਲਿਖਣੇ ਸ਼ੁਰੂ ਕੀਤੇ ਜੀ, ਅਤੇ ਹੌਲੀ ਹੌਲੀ ਤਜਰਬਾ ਹੁੰਦਾ ਗਿਆ ਜੀ। ਫਿਰ ਸਾਡੇ ਇੱਕ ਮੈਂ ਬਸੀ ਪਠਾਣਾ ਰਮੀ ਗੋਹਵਾਲ ਜੀ ਸਾਡੇ ਉਸਤਾਦ, ਉਹਨਾਂ ਨੂੰ ਉਸਤਾਦ ਮੰਨਦਾ, ਸਾਡੇ ਉਸਤਾਦ ਉਹੀ ਨੇ, ਅਤੇ ਉਹਨਾਂ ਕੋਲੋਂ ਮੈਂ ਕੁਛ ਬਰੀਕੀਆਂ ਸਿੱਖੀਆਂ ਲਿਖਣ ਦੀਆਂ, ਜਿਵੇਂ ਗਾਣੇ ਨੂੰ ਸਮਤੋਲ ਵਿੱਚ ਕਿਵੇਂ ਲਿਖਣਾ ਹੈ, ਜਿਹੜੀ ਸ਼ਬਦਾਵਲੀ ਹੈ ਉਹਨੂੰ ਮਤਲਬ ਕਿ ਮੀਟਰ ਦੇ ਵਿੱਚ ਕਿਵੇਂ ਲਿਖਣਾ, ਸਕੇਲ 'ਚ ਕਿਵੇਂ ਲਿਖਣਾ, ਕੁਛ ਬਰੀਕੀਆਂ ਉਹਨਾਂ ਤੋਂ ਸਾਨੂੰ ਸਿੱਖਣ ਨੂੰ ਮਿਲੀਆਂ। ਅਤੇ ਫਿਰ ਉਹਨਾਂ ਤੋਂ ਕੁਛ ਲੈ ਕੇ ਉਸ ਉਸਤਾਦ ਤੋਂ ਥੋੜ੍ਹੀ ਸਿੱਖਿਆ ਲੈ ਕੇ ਲਿਖਣਾ ਸਿੱਖਿਆ ਜੀ, ਅਤੇ ਫਿਰ ਅੱਗੇ ਤੋਂ ਅੱਗੇ ਲਿਖਦੇ ਗਏ ਜੀ। ਨਹੀਂ, ਗੀਤਕਾਰੀ ਨੂੰ ਕੈਰੀਅਰ ਬਣਾਇਆ ਲੱਗਿਆ ਪਹਿਲਾਂ ਕਿ ਕਿਉਂਕਿ ਜਿਹੜੇ ਨੌਜਵਾਨ ਉਹਨਾਂ ਨੇ ਕਿਹਾ ਜਾਂਦਾ ਕਿ ਕੈਰੀਅਰ ਬਣਾਈਏ, ਕੰਮ ਕਰੀਏ, ਤੁਸੀਂ ਗੀਤਕਾਰੀ ਦੇ ਖੇਤਰ ਵਿੱਚ ਕਲਮ ਕਿਵੇਂ ਲੱਗਿਆ? ਇਹ ਜੀ ਗੀਤਕਾਰੀ ਦੇ ਖੇਤਰ ਦੇ ਵਿੱਚ ਮਤਲਬ ਇੱਕ ਚੇਟਕ ਜੀ ਹੁੰਦੀ ਹੈ ਜਿਵੇਂ ਕਿਸੇ ਦੇ ਅੰਦਰ। ਮੈਂ ਸੁਣਨ ਦਾ ਸ਼ੌਕੀਨ ਸੀ ਜ਼ਿਆਦਾਤਰ, ਮੈਂ ਸੌਂਗ ਸੁਣਿਆ ਕਰਦਾ ਸੀ, ਸੌਂਗਾਂ ਨੂੰ ਸੁਣ ਕੇ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਛ ਲਿਖਣਾ ਸਿੱਖੀਏ। ਅਤੇ ਫਿਰ ਅਸੀਂ ਵੀ ਉਹ ਰਮੀ ਜੀ ਉਸਤਾਦ ਜੀ ਤੋਂ ਹੀ ਮੈਂ ਪ੍ਰਭਾਵਿਤ ਹੋ ਕੇ ਮਤਲਬ ਲਿਖਣਾ ਸ਼ੁਰੂ ਕੀਤਾ ਸੀਗਾ ਜੀ। ਅਤੇ ਅੱਗੇ ਤੋਂ ਫਿਰ ਉਹਦੇ ਤੋਂ ਮੇਰਾ ਸਭ ਤੋਂ ਪਹਿਲਾਂ ਜਿਹੜਾ ਸੌਂਗ ਸੀਗਾ ਜੀ ਜਗਤਾਰ ਜੱਗਾ ਜੀ ਨੇ ਗਾਇਆ, ਉਸ ਤੋਂ ਬਾਅਦ ਫਿਰ ਮੈਂ ਪ੍ਰਭਾਵਿਤ ਹੋ ਕੇ ਕਿਤੋਂ ਲਿਖਦਾ ਗਿਆ ਜੀ। ਕਿਹੜਾ ਗਾਣਾ ਸੀਗਾ? ਕੁਛ ਦੋ ਸ਼ਬਦ। ਉਹ ਚੋਣ ਨਿਸ਼ਾਨ ਪਿਆਰ, ਸੋਹਣਿਓ ਗੌਰ ਕਰੋ ਸਾਡਾ ਚੋਣ ਨਿਸ਼ਾਨ ਪਿਆਰ, ਇਹ ਟਾਈਟਲ ਸੀਗਾ ਜੀ ਉਸ ਕੈਸਟ ਦਾ। ਕਿਹੜੀ ਕੰਪਨੀ ਵੱਲੋਂ? ਫਾਈਨ ਟੋਨ ਕੰਪਨੀ ਵੱਲੋਂ ਗਾਣਾ ਰਿਲੀਜ਼ ਹੋਇਆ ਸੀ ਅਤੁਲ ਸ਼ਰਮਾ ਜੀ ਦੇ ਮਿਊਜ਼ਿਕ ਦੇ ਵਿੱਚ। ਇਹ ਉਸ ਕੈਸਟ ਦਾ ਜਿਹੜਾ ਟਾਈਟਲ ਵੀ ਮੇਰੇ ਗਾਣੇ ਦੇ ਸੀ, ਚੋਣ ਨਿਸ਼ਾਨ ਪਿਆਰ, ਜਗਤਾਰ ਜੱਗਾ ਜੀ ਦੇ। ਦੋ ਬੋਲ ਗੱਲ ਸੁਣ ਲਓ ਗੌਰ ਨਾਲ ਯਾਰਾਂ ਦੀ, ਸਾਡਾ ਚੋਣ ਨਿਸ਼ਾਨ ਹੈ ਵੱਖਰਾ, ਕਰਨੀ ਵੱਖਰੀ ਕਾਇਮ ਸਰਕਾਰ, ਸੋਹਣਿਓ ਗੌਰ ਕਰੋ ਸਾਡਾ ਚੋਣ ਨਿਸ਼ਾਨ ਪਿਆਰ। ਮੇਰੀ ਹੁਣ ਪ੍ਰੋਪਰ ਯਾਦ ਨਹੀਂ ਹੈ ਜੀ। ਕਿੰਨਾ ਕੁ ਮਕਬੂਲ ਹੋਇਆ ਇਹ ਗਾਣਾ? ਬਹੁਤ ਜ਼ਿਆਦਾ ਮਕਬੂਲ ਹੋਇਆ ਜੀ, ਲੋਕਾਂ ਨੇ ਬਹੁਤ ਜ਼ਿਆਦਾ ਸਿਰ ਮੱਥੇ ਲੱਤਾ ਗਾਣੇ ਨੂੰ। ਪੂਰਾ ਲੋਕਾਂ ਨੇ ਬੜਾ ਉਹਨੂੰ ਪਿਆਰ ਦਿੱਤਾ, ਉਸ ਸੌਂਗ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਸੀ ਉਸ ਟਾਈਮ। ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਕੋਈ ਹੋਰ ਗਾਣੇ? ਹੁਣ ਉਸ ਤੋਂ ਬਾਅਦ ਫਿਰ ਹਰਦੀਪ ਕੌਰ ਜੀ ਦਾ ਗਾਣਾ ਆਇਆ ਸੀਗਾ, ਆਸ਼ਕ ਦੇ ਦਿਲ ਦੀ ਅਰਜ਼ੀ ਨੂੰ ਤੂੰ ਕਰ ਲਾ ਅੱਜ ਕਬੂਲ ਕੁੜੇ। ਇਹ ਵੀ ਜ਼ਿਆਦਾ ਉਸ ਟਾਈਮ ਮਕਬੂਲ ਹੋਇਆ ਸੀ ਕਿ ਹਰਦੀਪ ਕੌਰ ਜੀ ਦੀ ਉਸ ਟਾਈਮ ਪੂਰੀ ਮਤਲਬ ਕਿ ਚੜ੍ਹਾਈ ਸੀਗੀ ਉਸ ਟਾਈਮ। ਉਹਨਾਂ ਦੀ 2-3 ਟੇਪਾਂ ਉਹਨਾਂ ਦੀਆਂ ਆਈਆਂ, ਉਸ ਤੋਂ ਬਾਅਦ ਉਹ ਜ਼ਿਆਦਾਤਰ ਦੁਨੀਆ 'ਚ ਨਹੀਂ ਰਹੇ, ਇਸ ਦੁਨੀਆ 'ਚੋਂ ਵੈਸੇ ਰੁਖਸਤ ਹੋ ਚੁੱਕੇ ਨੇ, ਕਾਫੀ ਟਾਈਮ ਹੋ ਗਿਆ। ਕਿਹਾ ਜਾਂਦਾ ਗੁਰਪਾਲ ਮੁਟਿਆਰ ਨੇ ਵੀ ਤੁਹਾਡੇ ਗਾਣੇ ਗਾਏ ਨੇ ਕਾਫੀ। ਜਿਹੜੇ ਗੁਰਪਾਲ ਮੁਟਿਆਰ ਕਿਹਾ ਜਾਂਦਾ ਦਰਦ ਗਾਉਣ ਦੇ ਵਿੱਚ ਕਾਫੀ ਮਾਹਰ ਸੀ। ਹਾਂਜੀ, ਗੁਰਪਾਲ ਮੁਟਿਆਰ ਸੈਡ ਸੌਂਗਸ ਨੂੰ ਬੜਾ ਖੂਬਸੂਰਤ ਗਾਉਂਦੇ ਨੇ ਜੀ ਉਹ, ਅਤੇ ਉਹਨਾਂ ਨੇ ਮੇਰੇ ਗਾਣੇ ਰਿਕਾਰਡ ਕਰਵਾਏ ਨੇ। ਇਸ਼ਕੇ ਦੀ ਬਾਤ ਟੇਪ ਦੇ ਵਿੱਚ ਉਹਨਾਂ ਨੇ ਮੇਰਾ ਇੱਕ ਬੀਟ ਸੌਂਗ ਕਰਵਾਇਆ ਸੀ, ਦਿਲ ਤੇ ਤੂੰ ਮੰਗਣਾ ਜ਼ਰੂਰ ਕੁੜੀਏ ਵੇਖੀ ਨਾ ਕਰੀ। ਇਹ ਕਾਫੀ ਹਿੱਟ ਹੋਇਆ ਸੀ, ਉਹ ਕੈਸਟ ਪੂਰੀ ਹਿੱਟ ਸੀ। ਤਕਰੀਬਨ ਸਾਗਾ ਕੈਸਟ ਕੰਪਨੀ ਵੱਲੋਂ ਉਹ ਕੈਸਟ ਰਿਲੀਜ਼ ਕੀਤੀ ਗਈ ਸੀ, ਅਤੇ ਸੁਰਿੰਦਰ ਬਚਨ ਜੀ ਦਾ ਉਹਦੇ 'ਚ ਮਿਊਜ਼ਿਕ ਸੀਗਾ ਜੀ। ਅਗਰ ਤੁਹਾਡੇ ਜ਼ਿਹਨ 'ਚ ਹੁਣ ਦੋ ਲਾਈਨਾਂ, ਦਿਲ ਤੇ ਤੂੰ ਮੰਗਣਾ ਜ਼ਰੂਰ, ਤੇਰੀ ਖੰਘ ਵਿੱਚ ਖੰਘਣਾ ਜ਼ਰੂਰ ਕੁੜੀਏ, ਤੇਰੇ ਦਰਾਂ ਉੱਤੋਂ ਲੰਘਣਾ ਜ਼ਰੂਰ ਕੁੜੀਏ ਵੇਖੀ ਨਾ ਕਰੀ, ਦਿਲ ਤੇ ਤੂੰ ਮੰਗਣਾ ਜ਼ਰੂਰ ਕੁੜੀਏ ਨਹੀਂ ਵੇਖੀ ਨਾ ਕਰੀ। ਇਹ ਸੌਂਗ ਸੀਗਾ ਜੀ ਉਸ ਟਾਈਮ ਦਾ। ਕਿੰਨੇ ਕੁ ਗਾਣੇ ਨੇ ਜਿਹੜੇ ਮਾਰਕੀਟ ਦੇ ਵਿੱਚ ਆ ਚੁੱਕੇ ਨੇ ਅਤੇ ਕਿੰਨੇ ਕੁ ਸਿੰਗਰਾਂ ਨਾਲ ਤੁਸੀਂ ਹੁਣ ਤੱਕ ਗਾਇਆ ਜੀ? ਕਾਫੀ ਸਾਰੇ ਮਾਰਕੀਟ ਵਿੱਚ ਨੇ, ਮੇਰੇ ਕੋਲ 30-40 ਗਾਣੇ ਮੇਰੇ ਹੈਗੇ ਮਾਰਕੀਟ ਦੇ ਵਿੱਚ ਜੀ। ਕੁਛ ਗਾਣੇ ਇਹੋ ਜਿਹੇ ਨੇ ਜਿਹੜੇ ਪ੍ਰੋਪਰ ਤਰੀਕੇ ਦੇ ਨਾਲ ਫੇਮਸ ਨਹੀਂ ਹੋ ਸਕੇ ਜਾਂ ਤਾਂ ਉਹਨਾਂ ਨੂੰ ਕੋਈ ਪ੍ਰਮੋਟ ਨਹੀਂ ਕਰ ਸਕਿਆ, ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਕਈ ਸਿੰਗਰ ਇਹੋ ਜਿਹੇ ਨੇ ਜਿਨ੍ਹਾਂ ਦੇ ਵਿਚਾਰਿਆਂ ਨੇ ਗਾਣਾ ਰਿਕਾਰਡ ਕਰਵਾ ਦਿੱਤਾ, ਲੇਕਿਨ ਉਹਨੂੰ ਪ੍ਰਮੋਟ ਕਰਨ ਵਾਸਤੇ ਜੇਬ 'ਚ ਦਮ ਚਾਹੀਦਾ। ਜ਼ਮਾਨਾ ਹੀ ਇੱਦਾਂ ਦਾ ਸੀ ਉਦੋਂ ਵੀ, ਅੱਜ ਵੀ ਇੱਦਾਂ ਹੀ ਹੈ।
ਤੇ ਉਹ ਉਸ ਗਾਣੇ ਪ੍ਰਮੋਟ ਵੀ ਨਹੀਂ ਹੋ ਸਕੇ। ਜਿਵੇਂ ਮੇਰੇ 40-50 ਗਾਣੇ ਜੀ ਰਿਕਾਰਡ ਹੋ ਚੁੱਕੇ ਨੇ, ਉਹਨਾਂ ਵਿੱਚੋਂ ਕੁਝ ਕੁ % ਜਿਹੜੇ ਗਾਣੇ ਰਿਲੀਜ਼ ਮਤਲਬ ਕਿ ਫੇਮਸ ਹੋਏ ਨੇ। ਤੁਹਾਡਾ ਕਹਿਣਾ ਹੈ ਕਿ ਜਿਹੜੀ ਤੁਹਾਡੀ ਕਲਾ ਉਹ ਦਬੀ ਰਹਿ ਗਈ? ਹਾਂਜੀ ਬਿਲਕੁਲ, ਕੁਛ ਕਾਰਨਾਂ ਕਰਕੇ ਉਹ ਦਬੀ ਰਹਿ ਗਈ ਹੈ। ਜਿਸ ਤਰ੍ਹਾਂ ਦੀ ਸਟਾਰਟਿੰਗ ਹੋਈ ਸੀ ਮਤਲਬ ਕਿ ਉਸ ਤਰ੍ਹਾਂ ਦਾ ਅੱਗੇ ਸਾਨੂੰ ਕੋਈ ਜਿਵੇਂ ਕਹਿ ਦਿਓ ਕੋਈ ਚਾਂਸ ਨਹੀਂ ਮਿਲੀ, ਲਿਫਟ ਨਹੀਂ ਮਿਲੀ ਹੈਗੀ ਅੱਗੇ ਤੋਂ ਅੱਗੇ ਸਾਨੂੰ ਪ੍ਰਮੋਟ ਕਰਨ ਵਾਸਤੇ ਕਿਸੇ ਨੇ ਇੱਦਾਂ, ਮਤਲਬ ਉਹਦੇ ਕਰਕੇ ਥੋੜ੍ਹਾ। ਵੱਡੇ ਸਿੰਗਰਾਂ ਨਾਲ ਅਪਰੋਚ ਕੀਤੀ ਹੈ ਕਿ ਮੇਰੇ ਗਾਣੇ ਗਾਏ ਜਾਣ? ਹਾਂਜੀ ਮੈਂ ਕੀਤੀ ਆ, ਕੁਛ ਕੁ ਸਿੰਗਰਾਂ ਦੇ ਨਾਲ ਕੀਤੀ ਸੀ ਉਸ ਟਾਈਮ, ਅਤੇ ਉਹ ਮਤਲਬ ਕਿ ਨਹੀਂ ਸਬਬ ਜੁੜਿਆ ਕਿਉਂਕਿ ਇੱਕ ਜੰਜੂਆ ਸਾਹਿਬ ਸੀ, ਲਾਭ ਜੰਜੂਆ ਸਵਰਗੀ, ਅੱਜ ਕੱਲ੍ਹ ਬਾਲੀਵੁੱਡ ਦੇ ਬੜੇ ਵਧੀਆ ਨਾਮਵਰ ਸਿੰਗਰ, ਉਹ ਵੈਸੇ ਅੱਜ ਦੁਨੀਆ 'ਚ ਨਹੀਂ ਰਹੇ, ਉਹਨਾਂ ਨਾਲ ਵੀ ਕੀਤੀ ਸੀ ਅਪਰੋਚ ਮੈਂ, ਅਤੇ ਉਹ ਨਹੀਂ ਸਬਬ ਜੁੜ ਸਕਿਆ ਕਿਉਂਕਿ ਜਦੋਂ ਮਤਲਬ ਕਿ ਕੋਈ ਪਤਾ ਨਹੀਂ ਕੀ ਕਾਰਨ ਸੀ, ਉਹਨਾਂ ਨੇ ਮਤਲਬ ਕਿ ਨਹੀਂ ਹੋ ਸਕਿਆ ਜੀ। ਮੇਰਾ ਇੱਕ ਪਰਸਨਲ ਸਵਾਲ ਹੈ ਤੁਹਾਨੂੰ ਕਿ ਜਦੋਂ ਵੱਡੇ ਸਿੰਗਰ ਹੁੰਦੇ ਨੇ, ਜੇ ਕੋਈ ਗੀਤਕਾਰ ਉਹਨਾਂ ਤੱਕ ਅਪਰੋਚ ਕਰਦਾ ਤਾਂ ਉਹਨਾਂ ਦਾ ਵਤੀਰਾ ਕਿਸ ਤਰ੍ਹਾਂ ਦਾ ਰਹਿੰਦਾ ਹੈ? ਕਾਫੀ ਗੀਤਕਾਰਾਂ ਦੇ ਤੁਸੀਂ ਇੰਟਰਵਿਊਜ਼ ਰਹਿੰਦੇ ਆ ਕਿ ਜਿਹੜੇ ਵੱਡੇ ਸਿੰਗਰਸ ਨੇ ਉਹਨਾਂ ਦਾ ਵਤੀਰਾ ਸਹੀ ਨਹੀਂ ਹੁੰਦਾ। ਤੁਸੀਂ ਕਈ ਸਿੰਗਰਾਂ ਨਾਲ ਤੁਸੀਂ ਕਹਿ ਰਹੇ ਹੋ ਮੈਂ ਅਪਰੋਚ ਕੀਤੀ, ਉਹਨਾਂ ਦਾ ਵਤੀਰਾ ਕਿੱਦਾਂ ਦਾ ਹੁੰਦਾ ਜੀ? ਦੇਖੋ ਜੀ, ਜਿਹਨਾਂ ਦੀ ਮੈਂ ਗੱਲ ਕੀਤੀ ਉਹਨਾਂ ਦਾ ਵਤੀਰਾ ਤਾਂ ਬਹੁਤ ਵਧੀਆ ਸੀ। ਲਾਭ ਜੰਜੂਆ ਜੀ ਹੋ ਗਏ, ਅਤੇ ਉਸ ਤੋਂ ਬਾਅਦ ਸਿਕੰਦਰ ਸਾਹਿਬ ਕੋਲ ਵੀ ਮੈਂ ਗਿਆ ਸੀ ਇੱਕ ਵਾਰੀ ਲਿਖਣ ਨੂੰ, ਉਹਨਾਂ ਨਾਲ ਵੀ, ਉਹਨਾਂ ਦਾ ਵੀ ਵੈਸੇ ਉੱਦਾਂ ਐਜ਼ ਪਰ ਇਨਸਾਨ ਬੜਾ ਮਤਲਬ ਕਿ ਪਿਆਰ ਕਰਦੇ ਨੇ ਲੋਕਾਂ ਨੂੰ, ਉਹ ਵਧੀਆ ਬੰਦੇ ਨੇ, ਮਿਲਣਸਾਰ ਵੀ ਨੇ। ਅਤੇ ਕੁਛ ਜ਼ਿਆਦਾਤਰ ਇਹੀ ਹੁੰਦਾ ਹੈ ਵੀ ਜਿਹੜੇ ਵੱਡੇ ਸਿੰਗਰ ਨੇ ਉਹ ਛੇਤੀ ਜਿਹੜੇ ਨਵੇਂ ਰਾਈਟਰਸ ਨੇ ਉਹਨਾਂ ਨੂੰ ਛੇਤੀ ਨੇੜੇ ਲਾਉਣ ਤੋਂ, ਜਿਵੇਂ ਉਹਨਾਂ ਨੂੰ ਕੋਈ ਐਲਰਜੀ ਜੀ ਹੋਵੇ ਨਾ, ਕੁਛ ਥੋੜ੍ਹਾ ਇੱਦਾਂ ਦਾ ਵੀ ਹੈ, ਉਹ ਛੇਤੀ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਪਹਿਲੀ ਗੱਲ, ਉਹਨਾਂ ਤੋਂ ਟਾਈਮ ਹੀ ਨਹੀਂ ਮਿਲਦਾ, ਉਹ ਟਾਈਮ ਹੀ ਨਹੀਂ ਦੇ ਰਹੇ। ਜੇ ਆ ਗਿਆ ਤਾਂ ਬਿਠਾ ਕੇ ਕਈ ਵਾਰ ਉੱਥੋਂ ਮੋੜ ਦਿੰਦੇ ਆ, ਥੋੜ੍ਹੀ ਜਿਹੀ ਗੱਲ ਕਰਨਗੇ, ਫਾਲਤੂ ਗੱਲ ਨਹੀਂ ਕਰਦੇ, ਅਤੇ ਉਹ ਟਾਲਾ ਜਿਹਾ ਲੈ ਕੇ ਉੱਥੋਂ ਮੋੜ ਦਿੰਦੇ ਨੇ ਜੀ। ਠੀਕ ਹੈ। ਹਿੰਦ ਚਲਾਕੀ ਜੀ, ਇਹ ਤੁਹਾਡੀ ਡਾਇਰੀ ਹੈ ਜੀ। ਇੱਕ ਗੀਤਕਾਰ ਦਾ ਡਾਇਰੀ ਕਿੰਨਾ ਕੁ ਕੁਛ ਹੁੰਦਾ ਹੈ ਅਤੇ ਡਾਇਰੀ ਦਾ ਕਿੰਨਾ ਜਿਹੜਾ ਅਹਿਮ ਯੋਗਦਾਨ ਹੈ ਤਾਂ ਇੱਕ ਗੀਤਕਾਰ ਦੇ ਜੀਵਨ ਦੇ ਵਿੱਚ? ਸਭ ਤੋਂ ਵੱਡਾ ਜੀ ਕਲਮ ਅਤੇ ਡਾਇਰੀ ਹੀ ਤਾਂ ਹੈ ਗੀਤਕਾਰ ਦੀ ਜਾਨ। ਇਹਦੇ 'ਤੇ ਹੀ ਉਕਰਨਾ ਗੀਤਕਾਰ ਨੇ, ਅਤੇ ਇਹਦੇ 'ਤੇ ਹੀ ਕਲਮ ਨੇ ਅਤੇ ਡਾਇਰੀ ਨੇ ਹੀ ਕੰਮ ਕਰਨਾ ਜੀ। ਬਹੁਤ ਵੱਡਾ ਯੋਗਦਾਨ ਹੈ ਜੀ। ਇੱਕ ਸਵਾਲ ਹੋਰ ਕਰਦੇ ਹਾਂ ਤੁਹਾਨੂੰ, ਗੀਤ ਲਿਖਣ ਤੋਂ ਪਹਿਲਾਂ ਕੀ ਸੋਚਿਆ ਜਾਂਦਾ ਹੈ? ਕੀ ਪਲੈਨਡ ਕਰਕੇ ਗੀਤ ਲਿਖਦੇ ਹੋ ਜਾਂ ਬੈਠੇ ਸ਼ਾਇਰਾਨਾ ਆਮਦ ਹੁੰਦੀ ਹੈ ਕਿ ਇਸ ਤਰ੍ਹਾਂ ਦੀ ਆਮਦ ਹੋਗੀ, ਗੀਤ ਲਿਖਿਆ ਗਿਆ, ਕਿ ਆ ਕੁਛ ਸੋਚ ਕੇ ਬੈਠਿਆ ਜਾਂਦਾ ਹੈ? ਗੀਤ ਲਿਖਣ ਤੋਂ ਪਹਿਲਾਂ ਤੁਹਾਡੇ ਜ਼ਿਹਨ 'ਚ ਕੀ ਹੁੰਦਾ ਅਤੇ ਕਿੰਨੀ ਦੇਰ ਦੇ ਵਿੱਚ ਗੀਤ ਮੁਕੰਮਲ ਹੁੰਦਾ? ਗੀਤ ਮੁਕੰਮਲ ਹੋਣ ਨੂੰ ਦੇਖੋ ਜੀ 2 ਘੰਟਿਆਂ 'ਚ ਵੀ ਹੋ ਜਾਂਦਾ। ਕਈ ਵਾਰ ਕਈ ਗੀਤ ਇਹੋ ਜਿਹੇ ਹੁੰਦੇ ਨੇ ਜਿਹਨਾਂ ਨੂੰ ਬਹੁਤ ਹੀ ਸੂਝ-ਬੂਝ ਨਾਲ ਲਿਖਿਆ ਜਾਂਦਾ ਹੈ ਔਰ ਸੋਚ ਵਿਚਾਰ ਕੇ ਲਿਖਿਆ ਜਾਂਦਾ ਹੈ। ਉਹਨਾਂ ਨੂੰ ਥੋੜ੍ਹੇ ਜਿਹੇ 2-3 ਦਿਨ ਲੱਗ ਵੀ ਜਾਂਦੇ ਆ, 4 ਦਿਨ ਵੀ ਲੱਗ ਜਾਂਦੇ ਨੇ ਸੋਚਦੇ ਹਾਂ। ਅਤੇ ਕੁਛ ਸੌਂਗ ਇਸ ਤਰ੍ਹਾਂ ਹੁੰਦੇ ਨੇ, ਇਹਨਾਂ ਨੂੰ ਜ਼ਿਆਦਾਤਰ ਤਾਂ ਜਿਵੇਂ ਕੋਈ ਵੇਵਜ਼ ਬਣਦੀਆਂ ਨਾ ਜਦੋਂ ਆਪਾਂ ਬੈਠੇ ਹੁੰਦੇ ਹਾਂ ਵਿਹਲੇ, ਉਦੋਂ ਆਪਣੇ ਦਿਲ ਉਤਪੰਨ ਹੁੰਦਾ ਹੈ, ਸ਼ਬਦਾਵਲੀ ਕੁਛ ਉਤਪੰਨ ਹੁੰਦੀ ਹੈ, ਕੁਛ ਵੇਵਜ਼ ਬਣਦੀਆਂ ਨੇ ਮਾਈਂਡ ਦੇ ਵਿੱਚ, ਮਿਊਜ਼ੀਕਲੀ ਵੇਵਜ਼ ਗੁਣਗੁਣਾਉਂਦਿਆਂ ਉੱਦਾਂ ਦਾ ਵੀ ਲਿਖ ਹੋ ਜਾਂਦਾ। ਅਤੇ ਕੁਛ ਸੌਂਗ ਸਟੋਰੀ ਦੇ ਅਕੋਰਡਿੰਗਲੀ ਲਿਖੇ ਜਾਂਦੇ ਨੇ, ਜਿਵੇਂ ਕੋਈ ਸਪੈਸ਼ਲ ਲਿਖਵਾਉਂਦਾ ਕਹਿ ਕੇ ਵੀ ਭਾਈ ਇੱਦਾਂ ਦੀ ਸਟੋਰੀ ਹੈ ਜੀ, ਇਹਦੇ ਅਕੋਰਡਿੰਗਲੀ ਗਾਣਾ ਲਿਖਿਆ ਜਾਵੇ, ਕੁਛ ਇੱਦਾਂ ਦਾ ਵੀ ਹੁੰਦਾ। ਉਹ ਸਟੋਰੀ ਦੇ ਅਕੋਰਡਿੰਗਲੀ ਸ਼ਬਦਾਵਲੀ ਜਿਹੜੀ ਸੋਚ ਕੇ ਲਿਖੀ ਜਾਂਦੀ ਹੈ ਜੀ। ਹਾਲਾਤ ਜਿਹੜੇ ਸਮਾਜਿਕ ਹਾਲਾਤ ਨੇ ਇਹਨਾਂ 'ਤੇ ਵੀ ਤਾਂ ਗਾਣੇ ਲਿਖੇ ਜਾ ਸਕਦੇ ਨੇ ਇਸ ਵੇਲੇ ਦੇ ਹਾਲਾਤ। ਤੁਸੀਂ ਕੋਈ ਇੱਦਾਂ ਦਾ ਗਾਣਾ ਲਿਖਿਆ ਜਿਹੜੇ ਸਮਾਜਿਕ ਹਾਲਾਤਾਂ ਨੂੰ ਦਰਸਾਉਂਦਾ ਕੁਛ ਹੋਵੇ? ਸਮਾਜਿਕ ਹਾਲਾਤਾਂ ਨੂੰ ਮੈਂ ਲੋਕ ਤੱਤ ਲਿਖਣੇ, ਵੈਸੇ ਮੇਰਾ ਇੱਕ ਲਿਖਿਆ ਸੀ ਪਹਿਲਾਂ ਧਾਰਮਿਕ ਸੌਂਗ ਸੀਗਾ ਜੀ, ਉਹ ਸਤਿੰਦਰ ਕੌਰ ਮਰਿੰਡਾ ਨੇ ਗਾਇਆ ਸੀ, ਸਰਬ ਸਾਂਝੀ ਗੁਰਬਾਣੀ ਵੱਲੋਂ ਰਿਲੀਜ਼ ਕੀਤਾ ਗਿਆ ਸੀ ਗਾਣਾ। ਦਿੱਲੀ ਦੇ ਦੰਗੇ 84 ਦਾ ਜਿਹੜਾ ਦੁਖਾਂਤ ਸੀ ਮੈਂ ਉਹ ਲਿਖਿਆ ਗਾਣੇ ਦੇ ਵਿੱਚ, ਅਤੇ ਉਹ ਰਿਲੀਜ਼ ਹੋਇਆ ਸੀ ਗਾਣਾ। ਬੜੇ ਵਧੀਆ ਨੂੰ ਵੀ ਲੋਕਾਂ ਨੇ ਸਪੋਰਟ ਦਿੱਤੀ ਆ। ਹਾਂਜੀ ਭਾਜੀ, ਤੁਸੀਂ ਕਹਿ ਰਹੇ ਹੋ ਮੈਂ 1989 ਤੋਂ ਲਿਖ ਰਿਹਾ, ਹੁਣ 2020 ਚੱਲ ਰਿਹਾ। ਹਾਂਜੀ, ਕਰੀਬ 39-40 ਸਾਲ ਹੋ ਗਏ ਤੁਹਾਨੂੰ ਗਾਣੇ ਲਿਖਦੇ ਆ ਜੀ। ਤਾਂ ਹੁਣ ਔਰ ਪਹਿਲਾਂ ਦੀ ਗੀਤਕਾਰੀ ਦੇ ਵਿੱਚ ਕਿੰਨਾ ਕੁ ਫਰਕ ਲੱਗ ਰਿਹਾ ਤੁਹਾਨੂੰ ਇਸ ਵੇਲੇ? ਬਹੁਤ ਜ਼ਿਆਦਾ ਫਰਕ ਹੈ ਜੀ। ਜਿਹੜੀ ਉਦੋਂ ਦੀ ਕਲਮ ਸੀ ਜ਼ਿਆਦਾਤਰ ਉਹ ਪੇਂਡੂ ਸੱਭਿਆਚਾਰ ਨਾਲ ਪ੍ਰੋਪਰ ਪੰਜਾਬੀ ਵੋਕੈਬਲਰੀ ਹੋਇਆ ਕਰਦੀ ਸੀਗੀ, ਅਤੇ ਉਹ ਪੰਜਾਬੀ ਸ਼ਬਦ ਹੋਇਆ ਕਰਦੇ ਸੀ ਪ੍ਰੋਪਰ ਹਰ ਇੱਕ ਦੇ ਸਮਝ ਵਿੱਚ ਆਉਣ ਵਾਲੇ, ਠੇਠ ਜਿਹਨੂੰ ਕਹਿੰਦੇ ਨੇ ਆਪਾਂ ਜੀ, ਅਤੇ ਉਹ ਹੋਇਆ ਕਰਦੇ ਸੀ। ਅਤੇ ਹੁਣ ਜਿਹੜੀ ਹੈਗੀ ਹੈ ਸ਼ਬਦਾਵਲੀ ਥੋੜ੍ਹੀ ਚੇਂਜ ਹੋ ਚੁੱਕੀ ਆ, ਲੇਖਣੀ ਦੇ ਵਿੱਚ ਬੜਾ ਫਰਕ ਪੈ ਗਿਆ ਜੀ। ਅਤੇ ਉਦੋਂ ਜਿਹੜੇ ਸ਼ਬਦ ਪੇਂਡੂ ਸੱਭਿਆਚਾਰ ਨੂੰ ਲੈ ਕੇ ਜਾਣੀ ਉਹਦੇ ਅਕੋਰਡਿੰਗਲੀ ਲਿਖਿਆ ਜਾਂਦਾ ਸੀਗਾ, ਆਪਣੇ ਪੰਜਾਬੀ ਕਲਚਰ ਦੇ ਅਕੋਰਡਿੰਗ ਲਿਖਿਆ ਜਾਂਦਾ ਸੀ, ਭਾਵੇਂ ਉਹ ਲੋਕ ਦੱਤ ਸੀ, ਭਾਵੇਂ ਉਹ ਵੀਡ ਸੌਂਗ ਸੀ, ਭਾਵੇਂ ਉਹ ਸੈਡ ਸੌਂਗ ਸੀ, ਉਹਨੂੰ ਪ੍ਰੋਪਰ ਪੰਜਾਬੀ ਸ਼ਬਦਾਂ ਦੇ ਵਿੱਚ ਲਿਖਿਆ ਜਾਂਦਾ ਸੀ, ਪਰੋਇਆ ਜਾਂਦਾ ਸੀ। ਹੁਣ ਤਾਂ ਇਉਂ ਲੱਗਦਾ ਜੀ ਜਿਵੇਂ ਨਾ ਸਾਡੀ ਜਿਹੜੀ ਪ੍ਰੋਪਰ ਪੰਜਾਬੀ ਸ਼ਬਦਾਵਲੀ ਹੈ ਨਾ, ਉਹਦੇ 'ਤੇ ਜਿਵੇਂ ਕੋਈ ਵਿਦੇਸ਼ੀ ਵੋਕੈਬਲਰੀ ਦਾ ਪਰਛਾਵਾਂ ਜਿਹਾ ਹੀ ਪੈ ਗਿਆ ਹੋਵੇ।
ਅੱਜ ਕੱਲ੍ਹ ਤਾਂ ਹਥਿਆਰਾਂ ਦੀ ਗੱਲ ਕੀਤੀ ਜਾਂਦੀ ਹੈ, ਪਰ ਕੁਝ ਜਦੋਂ ਅਸੀਂ ਕਿਸੇ ਨੂੰ ਮਿਲਦੇ ਵੀ ਹਾਂ ਜਾਂ ਸਿੰਗਰਸ ਦੀ ਜਾਂ ਗੀਤਕਾਰਾਂ ਦੀ ਅਸੀਂ ਇੰਟਰਵਿਊ ਕਰਦੇ ਹਾਂ, ਉਹਨਾਂ ਦਾ ਕਹਿਣਾ ਹੈ ਅਸੀਂ ਜੋ ਲੋਕ ਸੁਣਨਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਸੁਣਾਉਂਦੇ ਹਾਂ, ਜੋ ਪਰੋਸਦੇ ਹਾਂ ਅਸੀਂ ਉਹ ਲੋਕ ਸੁਣਦੇ ਨੇ ਅਤੇ ਉਹਨਾਂ ਦੀ ਜਿਹੜੀ ਵਾਹ ਵੀ ਖੱਟੀ ਜਾਂਦੀ ਹੈ। ਕਿਉਂਕਿ ਜੇ ਗੱਲ ਕੀਤੀ ਜਾਵੇ, ਤੁਸੀਂ ਕਹਿ ਰਹੇ ਹੋ ਕਿ ਜਿਹੜੇ ਵੈਸਟਰਨ ਕਲਚਰ ਦਾ ਸਾਡੇ 'ਤੇ ਜਿਹੜਾ ਅਸਰ ਹੋਇਆ, ਪਰ ਜੇ ਦੇਖਿਆ ਜਾਵੇ ਤਾਂ ਤਾਜ਼ਾ ਜਿੰਨੇ ਵੀ ਸਿੰਗਰਸ ਨੇ ਇਸ ਸਟੇਜਾਂ ਤੋਂ ਇੱਕ ਦੂਜੇ ਨੂੰ ਜਿਹੜਾ ਰਿਪਲਾਈ ਕੀਤਾ ਜਾਂਦਾ, ਹਥਿਆਰਾਂ ਦੀ ਗੱਲ ਕੀਤੀ ਜਾਂਦੀ ਹੈ, ਗਨ ਕਲਚਰ ਦੀ ਗੱਲ ਕੀਤੀ ਜਾਂਦੀ ਹੈ, ਪਰ ਕਿਤੇ ਨਾ ਕਿਤੇ ਜਿਹੜਾ ਲੋਕਾਂ ਦੁਆਰਾ ਉਹਨਾਂ ਨੂੰ ਪਸੰਦ ਵੀ ਕੀਤਾ ਜਾਂਦਾ। ਹਾਂਜੀ, ਵੈਸੇ ਉਹ ਅੱਜ ਦਾ ਜ਼ਮਾਨਾ ਹੈ ਜੀ, ਕਿਉਂਕਿ ਜਿਹੜੀ ਨਵੀਂ ਜਨਰੇਸ਼ਨ ਹੈ ਨਾ, ਉਹਨਾਂ ਦਾ ਟੇਸਟ ਹੀ ਇੱਦਾਂ ਦਾ ਬਣ ਚੁੱਕਿਆ। ਉਹ ਜ਼ਿਆਦਾਤਰ ਸੁਣ ਕੇ ਉਹਨਾਂ ਨੂੰ ਜ਼ਿਆਦਾਤਰ ਉਹਨੂੰ ਸੁਣਨੇ ਪਸੰਦ ਕਰਦੇ ਨੇ, ਕਿਉਂਕਿ ਉਹ ਕਈ ਵਾਰੀ ਹੁਣ ਜੇ ਪੁਰਾਣਾ ਸੌਂਗ ਦੇ ਉਹਨਾਂ ਲਈ ਦੇਖਿਆ ਜਾਵੇ, ਉਹਨਾਂ ਨੂੰ ਪੁਰਾਣੇ ਸਿੰਗਰਾਂ ਨੂੰ ਵੀ ਕਈ ਇਹੋ ਜਿਹੇ ਜਨਰੇਸ਼ਨ ਦੇ ਕੁਛ ਇਹੋ ਜਿਹੇ ਬੱਚੇ ਵੀ ਨੇ ਅੱਜ ਕੱਲ੍ਹ ਦੇ, ਜਿਹੜੇ ਕਿ ਉਹ ਪੁਰਾਣੇ ਸਿੰਗਰਾਂ ਦੇ ਗਾਣੇ ਸੁਣ ਕੇ ਰਾਜੀ ਨਹੀਂ, ਉਹਨਾਂ ਨੂੰ ਉਹੀ ਟੇਸਟ ਬਣਾਇਆ ਹੋਇਆ ਵਧੀਆ, ਜਿੱਦਾਂ ਉਹਨੂੰ ਲੱਗ ਰਿਹਾ ਉਹ ਚੱਲਦਾ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਇੱਦਾਂ ਦਾ। ਪਰ ਲੇਕਿਨ ਇਹ ਜ਼ਿਆਦਾਤਰ ਇਹਨਾਂ ਨੂੰ ਸਿੰਗਰਾਂ ਨੂੰ ਵੀ ਚਾਹੀਦਾ ਕਿ ਜਿਹੜੀ ਜ਼ਿਆਦਾ ਸਮਾਜ ਨੂੰ ਥੋੜ੍ਹਾ ਜਿਹਾ ਹਿਲਾਉਣ ਵਾਲੀਆਂ ਜਾਂ ਸਮਾਜ ਦੇ ਵਿੱਚ ਥੋੜ੍ਹਾ ਜਿਹਾ ਗੰਧਲਾਪਣ ਪੈਦਾ ਕਰਨ ਵਾਲੀਆਂ ਸ਼ਬਦਾਵਲੀ ਨਾ ਗਾਇਆ ਕਰਨ, ਚੰਗੀ ਗੱਲ ਹੈ ਜੀ। ਇਹ ਸੁਝਾਅ ਉਹਨਾਂ ਨੂੰ ਤਾਂ। ਸਰ ਸਿੰਗਰਸ ਗਾ ਰਹੇ ਨੇ ਅਤੇ ਗੀਤਕਾਰ ਲਿਖ ਰਹੇ ਨੇ ਉਸੇ ਤਰ੍ਹਾਂ ਦਾ? ਹਾਂਜੀ, ਗੀਤਕਾਰ ਉਸੇ ਤਰ੍ਹਾਂ ਦਾ ਉਹਨਾਂ ਨੂੰ ਲਿਖ ਕੇ ਦਿੰਦੇ? ਹਾਂਜੀ, ਜਿੱਦਾਂ ਦਾ ਉਹਨਾਂ ਦਾ ਟੇਸਟ ਹੈ, ਜਿੱਦਾਂ ਦਾ ਉਹ ਉਹਨਾਂ ਗਾਉਂਦੇ ਨੇ, ਉਹ ਉੱਦਾਂ ਦੇ ਜਿਹੜੇ ਗੀਤਕਾਰ ਅੱਜ ਦੇ ਗੀਤਕਾਰ ਨੇ ਉਹ ਉੱਦਾਂ ਦੇ ਉਹਨਾਂ ਨੂੰ ਲਿਖ ਕੇ ਦਿੰਦੇ ਨੇ ਜੀ, ਉੱਦਾਂ ਦੇ ਗਾਉਂਦੇ ਨੇ। ਜੋ ਗੀਤਾਂ ਦੇ ਵਿੱਚ ਪੰਜਾਬ ਨੂੰ, ਪੰਜਾਬੀਅਤ ਨੂੰ ਜਾਂ ਖਾਸ ਕਰਕੇ ਜੱਟ ਨੂੰ, ਕਿਸਾਨ ਨੂੰ ਪੇਸ਼ ਕੀਤਾ ਜਾਂਦਾ ਹੈ, ਰਿਐਲਿਟੀ ਦੇ ਵਿੱਚ ਉਸ ਤਰ੍ਹਾਂ ਦੀ ਸਥਿਤੀ ਲੱਗਦੀ ਹੈ ਤੁਹਾਨੂੰ ਕਿ ਜਿਹੜਾ ਪੰਜਾਬ ਦਾ ਕਿਸਾਨ ਹੈ ਜਾਂ ਪੰਜਾਬ ਦਾ ਜੱਟ ਹੈ ਉਹ ਉਸ ਸਥਿਤੀ 'ਚ ਇਸ ਵੇਲੇ ਹੈ? ਨਹੀਂ ਜੀ, ਇਹ ਬਿਲਕੁਲ ਗਲਤ ਹੈ, ਬਿਲਕੁਲ ਗਲਤ ਹੈ। ਅਤੇ ਕਿਸਾਨੀ ਤਾਂ ਵੈਸੇ ਹੀ ਅੱਜ ਕੱਲ੍ਹ ਮੇਰੇ ਖਿਆਲ ਵੀ 70% ਵੈਂਟੀਲੇਟਰ 'ਤੇ ਵਾਲਾ ਸਿਸਟਮ ਹੋਇਆ ਵਾ, ਬਹੁਤ ਜ਼ਿਆਦਾ ਜਾਣੀ ਹਾਲਾਤ ਕੁਛ ਇੱਦਾਂ ਦੇ ਹੋਏ ਵੇ ਨੇ, ਕਰਜ਼ੇ ਥੱਲੇ ਕਿਸਾਨ ਦਬਿਆ ਹੋਇਆ। ਕਿਸਾਨ ਨੂੰ ਅੱਜ ਕੱਲ੍ਹ ਆਪਣਾ ਕਿਰਤ ਕਰਕੇ ਵੀ, ਜਿਵੇਂ ਕਹਿ ਦਿਓ ਵੀ ਉਹ ਜਿਹੜੀ ਕਿਰਤ ਕਰੀ ਦਾ ਫਲ ਹੈ ਜਿਹੜਾ ਪ੍ਰੋਪਰ ਉਹ ਵੀ ਨਹੀਂ ਮਿਲ ਰਿਹਾ। ਸੋ ਇਹ ਤਾਂ ਗਲਤ ਗੱਲਾਂ ਨੇ ਜਿਹੜੀਆਂ ਕਿਸਾਨੀ ਨੂੰ ਜਾਂ ਮਤਲਬ ਕਿ ਜੱਟਵਾਦ ਨੂੰ ਇੱਦਾਂ ਕਰਕੇ ਹਥਿਆਰਾਂ ਰਾਹੀਂ ਦਿਖਾਉਣਾ, ਇਹ ਥੋੜ੍ਹਾ ਜਿਹਾ ਆਊਟ ਜਿਹਾ ਲੱਗਦਾ। ਵੈਸੇ ਇਹ ਪ੍ਰੋਪਰ ਹੈ ਨਹੀਂ, ਚਲੋ ਦਿਖਾ ਰਹੇ ਨੇ, ਠੀਕ ਹੈ, ਉਹਨਾਂ ਨੂੰ ਵਧੀਆ ਲੱਗਦਾ, ਸੁਣਨ ਵਾਲਿਆਂ ਨੂੰ ਸੁਣਨ ਨੂੰ ਵਧੀਆ ਲੱਗਦਾ ਹੋਣਾ, ਪਰ ਉਹ ਪ੍ਰੋਪਰ ਜਿਹੜੀ ਉਹ ਦਿਖਾਈ ਜਾ ਰਹੀ ਹੈ, ਗਾਈ ਜਾ ਰਹੀ ਹੈ, ਉਹ ਗੱਲ ਹੈ ਨਹੀਂ, ਕਿਉਂਕਿ ਉਹ ਹਟ ਕੇ ਹੈ, ਉਹ ਕੁਛ ਹੋਰ ਹੈ ਅਤੇ ਇਹ ਕੁਛ ਹੋਰ ਹੈ, ਜਿਹੜੀ ਫ਼ਰਕ ਹੈ। ਫਿਰ ਆਪਣਾ ਸੱਭਿਆਚਾਰ ਕਿੱਥੇ ਕੁ ਤੱਕ ਸੀਮਤ ਹੈ? ਗੀਤਕਾਰਾਂ, ਸਿੰਗਰਾਂ ਦੀਆਂ ਸਟੇਜਾਂ ਤੱਕ ਹੀ ਸੀਮਤ ਰਹਿ ਗਿਆ ਇਸ ਵੇਲੇ? ਸੱਭਿਆਚਾਰ ਦੀ ਗੱਲ ਕੀਤੀ ਜਾਵੇ, ਸੱਭਿਆਚਾਰ ਸਟੇਜਾਂ ਤੱਕ ਹੀ ਰਹਿ ਗਿਆ। ਸਟੇਜਾਂ ਵੀ ਵੈਸੇ ਬੜੀਆਂ ਘੱਟ ਲੱਗਦੀਆਂ ਨੇ, ਉਹ ਸਟੇਜ ਵਾਲਾ ਵੀ ਮਸਲਾ ਜਿਵੇਂ ਕਹਿ ਦਿਓ ਵੀ ਉਹਦਾ ਦੌਰ ਸੀ ਕਦਮ ਤੋੜ ਚੁੱਕਿਆ। ਜ਼ਿਆਦਾਤਰ ਤਾਂ ਹੁਣ ਔਰਕੈਸਟਰਾ ਵਗੈਰਾ ਹੀ ਉਹ ਜਿਹੜੀ ਸਟੇਜਾਂ ਵਾਲਾ ਸਿਸਟਮ ਸੀ ਉਹ ਵੀ ਲੈ ਗਏ, ਅਤੇ ਜਿਹੜੇ ਸਟੇਜਾਂ ਹੋਇਆ ਕਰਦੀਆਂ ਟੂਰਨਾਮੈਂਟਾਂ ਵਗੈਰਾ 'ਤੇ ਰਹਿ ਗਈਆਂ, ਜਾਂ ਫਿਰ ਬਾਹਰਲੇ ਸ਼ੋਅ ਵਗੈਰਾ ਰਹਿ ਗਏ, ਬੜੇ ਘੱਟ ਨੇ। ਅਤੇ ਉਹ ਜਿਹੜੀ ਹੈਗੀ ਉਹ ਗੱਲ ਮੈਨੂੰ ਖਤਮ ਹੋ ਚੁੱਕੀ ਹੈ ਜਿਹੜੀ ਸਟੇਜਾਂ ਵਾਲੀ, ਕਿਉਂਕਿ ਜਿਹੜਾ ਕਲਚਰ ਹੈ, ਕੁਛ ਸਿੰਗਰ ਨੇ ਜਿਹੜੇ ਕਲਚਰ ਗਾਉਂਦੇ ਨੇ, ਜਿਨ੍ਹਾਂ 'ਚੋਂ ਮੈਂ ਸਭ ਤੋਂ ਪਹਿਲਾਂ ਤਰਜੀਹ ਦਊਂਗਾ ਰਣਜੀਤ ਬਾਵਾ ਜੀ ਨੂੰ, ਜਿਨ੍ਹਾਂ ਨੇ ਪ੍ਰੋਪਰ ਅਸਲ ਜਿਹੜਾ ਹੈ ਆਪਣਾ ਸੱਭਿਆਚਾਰ ਉਹ ਸੰਭਾਲ ਕੇ ਰੱਖਿਆ, ਉੱਦਾਂ ਦੀ ਉਹ ਗਾਉਂਦੇ ਨੇ। ਬੜਾ ਅੱਜ ਦੇ ਜਿਹੜੇ ਲੇਟੈਸਟ ਹੁਣ ਜਿਹੜੇ ਚੱਲ ਰਿਹਾ ਨਾ, ਉਹਨਾਂ 'ਚੋਂ ਰਣਜੀਤ ਬਾਵਾ ਜੀ ਸਭ ਤੋਂ ਵਧੀਆ ਉਹ ਸਿੰਗਰ ਨੇ, ਜਿਹੜੇ ਜੋ ਚੀਜ਼ ਗਾਉਣੀ ਚਾਹੀਦੀ ਉਹ ਗਾਉਂਦੇ ਨੇ। ਤੁਹਾਡੇ ਨਾਲ ਜੁੜਿਆ ਇੱਕ ਸਵਾਲ ਹੈ, ਗੀਤਕਾਰ ਆਪਣੇ ਬਲਬਲੇ, ਆਪਣੇ ਜਜ਼ਬੇ ਜਿਹੜੇ ਗੀਤ ਦੇ ਰਾਹੀਂ ਲਿਖਦਾ, ਸੋ ਉਹ ਇੱਕ ਸਿੰਗਰਸ ਨੂੰ ਦਿੰਦਾ ਅਤੇ ਸਿੰਗਰ ਗਾਉਂਦਾ ਹੈ ਜੀ। ਜਿੰਨੇ ਸਿੰਗਰ ਨੂੰ ਉਸ ਚੀਜ਼ ਦਾ ਕ੍ਰੈਡਿਟ ਮਿਲਦਾ, ਗੀਤਕਾਰ ਨੂੰ ਉਸ ਚੀਜ਼ ਦਾ ਉਹਨਾਂ ਕ੍ਰੈਡਿਟ ਨਹੀਂ ਮਿਲਦਾ। ਕਦੇ ਰੰਜ ਮਹਿਸੂਸ ਹੋਇਆ? ਹਾਂਜੀ, ਨਹੀਂ ਮਿਲਦਾ ਨਹੀਂ, ਵੈਸੇ ਰੰਜ ਵੀ ਮਹਿਸੂਸ ਹੋਇਆ। ਵੈਸੇ ਉਹ ਕ੍ਰੈਡਿਟ ਨਹੀਂ ਜਾਂਦਾ ਰਾਈਟਰ ਨੂੰ, ਬਿਲਕੁਲ ਹੀ ਨਹੀਂ ਜਾਂਦਾ ਜੀ। ਕੋਈ ਅੱਜ ਕਹੀ ਜਾਵੇ ਮੈਂ ਇੰਨੇ ਪੈਸੇ ਲੈਂਦਾ, ਲੈਂਦਾ ਹੋਣਾ ਕੋਈ, ਪਤਾ ਨਹੀਂ, ਪਰ ਆਪਾਂ ਨੇ ਕਦੇ ਕਿਸੇ ਤੋਂ ਕਦੇ ਕੋਈ ਪੈਸਾ ਲਿਆ ਨਹੀਂ। ਜ਼ਿਆਦਾਤਰ ਤਾਂ ਦੋਸਤੀ ਦੇ ਵਿੱਚ ਹੀ ਜਿਹੜੇ ਸੌਂਗਸ ਨੇ, ਜਿਹੜੇ ਸਿੰਗਰਾਂ ਨੇ ਗਾਏ ਨੇ, ਉਹਨਾਂ ਨੇ ਮੇਰੇ ਆਪਸੀ ਘਰੇਲੂ ਰਿਲੇਸ਼ਨ ਇੱਕ ਤਰ੍ਹਾਂ ਦੀ ਫਰੈਂਡਲੀ ਹੈ ਬਹੁਤ ਜ਼ਿਆਦਾ, ਜਿਹਨਾਂ ਸਿੰਗਰਾਂ ਨੇ ਗਾਇਆ ਮੈਨੂੰ, ਅਤੇ ਮਤਲਬ ਮੈਂ ਕਿਸੇ ਤੋਂ ਅੱਜ ਤੱਕ ਕੁਛ ਲਿਆ ਨਹੀਂ ਹੈ। ਰੰਜਿਸ਼ ਵੀ ਕਹਿ ਸਕਦੇ ਹਾਂ, ਚਲੋ ਰੰਜਿਸ਼ ਹੋਇਆ ਵੀ ਨਹੀਂ, ਕਿਉਂਕਿ ਮੈਂ ਮਤਲਬ ਕਿ ਨਾ ਮੰਗੇ ਹੀ ਨਾ। ਤੁਸੀਂ ਲਿਆ ਹੀ ਨਹੀਂ ਕਿ ਉਹਨਾਂ ਨੇ ਦਿੱਤਾ ਹੀ ਨਹੀਂ? ਅਸੀਂ ਵੀ ਨਹੀਂ ਲਿਆ, ਕਿਉਂਕਿ ਉਹਨਾਂ ਨੇ ਦਿੱਤਾ ਵੀ ਨਹੀਂ, ਉਹਨਾਂ ਨੇ ਦਿੱਤਾ ਵੀ ਹੈ ਨਹੀਂ, ਆਪਾਂ ਲਿਆ ਵੀ ਹੈ ਨਹੀਂ। ਇਹ ਵੱਡੀ ਗੱਲ ਹੈ ਨਾ, ਕਿਉਂਕਿ ਜਿੱਥੇ ਜਿਹੜੇ ਸਿੰਗਰਸ, ਜਿਹੜੇ ਗਾਇਕ ਦਾ, ਗੀਤਕਾਰ ਦਾ ਲਿਖਿਆ ਹੋਇਆ ਗਾਣਾ ਹੀ ਸਿੰਗਰ ਗਾਉਂਦਾ ਅਤੇ ਉਸ ਵਜ੍ਹਾ ਨਾਲ ਉਹ ਹਿੱਟ ਹੁੰਦਾ। ਹਾਂਜੀ, ਬਿਲਕੁਲ ਜੇ ਲਿਖਿਆ ਜਾਂਦਾ ਤਾਂ ਉਹ ਗਾਉਂਦੇ ਨੇ ਤਾਂ ਹੀ ਹਿੱਟ ਹੁੰਦੇ ਨੇ ਜੀ। ਇਹ ਜੀ। ਤਾਂ ਸਰੋਤਿਆਂ ਨੂੰ ਹੁਣ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਇਸ ਵੇਲੇ ਪੰਜਾਬ ਦਾ ਜਿਹੜਾ ਵਿਰਸਾ ਹੈ ਕਿੱਧਰ ਜਾ ਰਿਹਾ, ਅਤੇ ਗੀਤਕਾਰ ਕੀ ਲਿਖ ਰਹੇ ਨੇ ਅਤੇ ਸਿੰਗਰਸ ਕੀ ਗਾ ਰਹੇ ਨੇ, ਅਤੇ ਇਸ ਵੇਲੇ ਜਿਹੜੀ ਸਾਡਾ ਸੱਭਿਆਚਾਰ ਹੈ ਉਹ ਇੱਕ ਵੱਲ ਜਿਹੜਾ ਡਾਊਨਫਾਲ ਵੱਲ ਜਾ ਰਿਹਾ। ਸੋ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ, ਸਾਡੇ ਸਰੋਤਿਆਂ ਨੂੰ?
ਸਰੋਤਿਆਂ ਤੋਂ ਇਹ ਗੱਲ ਕਹੂੰਗਾ ਜੀ, ਮੈਂ ਗੁਜ਼ਾਰਿਸ਼ ਕਰੂੰਗਾ ਕਿ ਵਧੀਆ ਸੁਣਿਆ ਕਰੋ ਯਾਰ, ਸੁਣਿਆ ਕਰੋ, ਵਧੀਆ ਸੁਣਿਆ ਕਰੋ। ਜੋ ਆਪਾਂ ਨੂੰ ਵਧੀਆ ਲੱਗਦਾ, ਜਿੰਨਾ ਕੁ ਆਪਣਾ ਲੱਗਦਾ ਆਪਣੇ ਕਲਚਰ ਦੇ ਤੱਕ ਸੀਮਤ ਹੈ, ਆਪਣੇ ਸੱਭਿਆਚਾਰ ਤੱਕ ਸੀਮਤ ਹੈ, ਉਹ ਸੁਣਿਆ ਕਰਨ ਜ਼ਿਆਦਾਤਰ ਵਧੀਆ ਰਹੂਗਾ। ਕਿਉਂਕਿ ਜਿਹੜਾ ਜਿਸ ਤਰ੍ਹਾਂ ਹੁਣ ਦੇਖ ਰਹੇ ਹਾਂ ਜੋ ਸੌਂਗਸ ਆ ਰਹੇ ਨੇ ਉਹ ਨਿਘਾਰ ਵੱਲ ਹੀ ਜਾ ਰਹੇ ਨੇ। ਜਿਹੜੀ ਪ੍ਰੋਪਰ ਪੰਜਾਬ ਦੀ ਉਹ ਹੈਗੀ ਆ ਉਹ ਗੱਲ ਨਹੀਂ ਕਰੀ ਜਾ ਰਹੀ। ਅਸਲ ਹੈ ਨਹੀਂ, ਅਸਲ ਤਸਵੀਰ ਕੁਛ ਹੋਰ ਹੈ। ਅਤੇ ਜਿਵੇਂ ਕਹਿੰਦੇ ਨੇ ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਉਣ ਦੇ ਹੋਰ, ਇੱਦਾਂ ਦਾ ਕੁਛ ਚੱਲ ਰਿਹਾ ਹੈ। ਜਿਹੜਾ ਕੁਛ ਹੈ ਉਹ ਹੈ ਨਹੀਂ, ਉਹ ਦਿਖਾਇਆ ਨਹੀਂ ਜਾ ਰਿਹਾ। ਔਰ ਜੇ ਗੀਤਕਾਰ ਅਸਲ ਹਾਲਾਤ, ਗੀਤਕਾਰ ਵੀ ਇਸ ਲਈ ਜ਼ਿੰਮੇਵਾਰ ਨੇ ਕਿਉਂਕਿ ਅਸਲ ਹਾਲਾਤਾਂ ਦੀ ਗੱਲ ਤਾਂ ਗੀਤਕਾਰ ਵੀ ਨਹੀਂ ਕਰ ਰਹੇ। ਕਿਉਂਕਿ ਜਿਹੜਾ ਰੋਜ਼ ਕਿਸਾਨ ਰੱਸਾ ਚੁੰਮ ਰਿਹਾ, ਰੋਜ਼ ਕਿਸਾਨੀ ਡੁੱਬ ਰਹੀ ਹੈ, ਭਰੂਣ ਹੱਤਿਆਵਾਂ ਹੋ ਰਹੀਆਂ ਨੇ, ਧੀਆਂ ਦਾਜ ਦੇ ਲਈ ਸਾੜੀਆਂ ਜਾ ਰਹੀਆਂ ਨੇ। ਪਰ ਜਿਹੜੇ ਸਾਡੇ ਗੀਤਕਾਰ ਨੇ ਅਤੇ ਸਾਡੇ ਸਿੰਗਰਸ ਨੇ ਉਹ ਕਹਿ ਰਹੇ ਨੇ ਕਿ ਜਿੱਥੇ ਹੁੰਦੀ ਹੈ ਪਾਬੰਦੀ ਹਥਿਆਰ ਦੀ, ਉੱਥੇ ਜੱਟ ਫਾਇਰ ਕਰਦਾ। ਬਸ ਇਹੀ ਤਾਂ ਗੱਲ ਪਹਿਲਾਂ ਕਹਿ ਚੁੱਕਿਆ ਜੀ। ਜਿਹੜੀ ਗੱਲ ਹੈਗੀ ਹੈ ਉਹ ਮੈਂ ਇਹੀ ਗੱਲ ਕਰਦਾ, ਉਹਨਾਂ ਨੂੰ ਸਿੰਗਰ ਨੂੰ ਉਹੀ ਗੱਲ ਕਰਨੀ ਚਾਹੀਦੀ ਹੈ ਜਿਹੜੀ ਆਪਣੀ ਜੋ ਮੌਜੂਦਾ ਹਾਲਾਤ ਨੇ, ਜੋ ਅਸਲ ਰੀਅਲ ਹਾਲਾਤ ਨੇ। ਜਿਵੇਂ ਕਿਸਾਨ ਦੇ ਲਾ ਲਓ, ਆ ਭਰੂਣ ਹੱਤਿਆ ਦੇ ਉੱਤੇ ਕੋਈ ਇਹਦੇ 'ਤੇ ਰੋਕ ਲੱਗਣੀ ਚਾਹੀਦੀ, ਕੋਈ ਇੱਦਾਂ ਦੇ ਗਾਣੇ ਹੋਣੇ ਚਾਹੀਦੇ ਨੇ ਜੀ। ਅਤੇ ਮਤਲਬ ਇੱਦਾਂ ਦਾ ਕੋਈ ਜਿਹੜਾ ਸਮਾਜ ਨੂੰ ਕੋਈ ਸੇਧ ਦੇਣ ਵਾਲੀ ਗੱਲਬਾਤ ਹੋਵੇ, ਇੱਦਾਂ ਦੀ ਸਿੰਗਰਾਂ ਨੂੰ ਕਰਨਾ ਚਾਹੀਦਾ। ਜਿਹੜੇ ਨਵੇਂ ਰਾਈਟਰ ਆ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਕੋਈ। ਤੁਸੀਂ ਵੀ ਤਾਂ ਭਾਗੀਦਾਰ ਹੋ ਨਾ ਫਿਰ ਵਿੱਚ? ਨਹੀਂ, ਮੇਰਾ ਤਾਂ ਕੋਈ ਇੱਦਾਂ ਦਾ ਗਾਣਾ। ਮੇਰੇ ਕਹਿਣ ਦਾ ਮਤਲਬ ਤੁਹਾਡੀ ਜਮਾਤ। ਹਾਂ ਜੀ, ਹਾਂ, ਜਮਾਤ ਹੈਗੀ ਹੈ ਜੀ। ਜੇ ਸਾਡੀ ਜਮਾਤ ਜਿਹੜੀ ਪਹਿਲਾਂ ਦੀ ਸੀ, ਉਹਨਾਂ ਦੀ ਮੈਂ ਪਹਿਲਾਂ ਵੀ ਕਿਹਾ, ਉਹ ਕੁਛ ਹੋਰ ਲਿਖਦੇ ਹੁੰਦੇ ਸੀਗੇ, ਥੋੜ੍ਹਾ ਜਿਹਾ ਰੀਅਲ ਲਿਖਦੇ ਹੁੰਦੇ ਸੀਗੇ। ਫਰਕ ਹੈ ਫਿਰ? ਫਰਕ ਹੈ। ਅੱਜ ਉਦੋਂ ਦਾ ਅਤੇ ਅੱਜ ਦੇ ਰਾਈਟਰਾਂ 'ਚ ਬੜਾ ਫਰਕ ਹੈ ਜੀ। ਠੀਕ ਹੈ, ਬਹੁਤ ਮਿਹਰਬਾਨੀ। ਸੋ ਇਹ ਹਿੰਦ ਚਲਾਕੀ ਨੇ, ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਅੱਜ ਦੇ ਗੀਤਕਾਰ ਨੇ ਉਹਨਾਂ ਨੂੰ ਚੰਗਾ ਲਿਖਣਾ ਚਾਹੀਦਾ ਅਤੇ ਚੰਗਾ ਹੀ ਸਿੰਗਰਾਂ ਨੂੰ ਸਰੋਤਿਆਂ ਸਾਹਮਣੇ ਪਰੋਸਣਾ ਚਾਹੀਦਾ। ਸੋ ਜਿਹੜਾ ਵੈਸਟਰਨ ਕਲਚਰ ਦਾ ਜਿਹੜਾ ਅਸਰ ਹੈ ਉਹ ਅੱਜ ਕੱਲ੍ਹ ਸਾਡੇ ਜਿਹੜੇ ਸਮਾਜ 'ਤੇ ਹੋ ਚੁੱਕਿਆ ਹੈ ਅਤੇ ਸਾਡੀ ਨੌਜਵਾਨ ਪੀੜ੍ਹੀ ਕਿਸੇ ਹੋਰ ਹੀ ਦਿਸ਼ਾ ਵੱਲ ਵੱਧ ਰਹੀ ਹੈ। ਕੈਮਰਾਮੈਨ ਵਰੁਣ ਦੇ ਨਾਲ ਗਗਨ ਸ਼ੁਕਲਾ, ਡੇਲੀ ਪੋਸਟ ਪੰਜਾਬੀ।